Okay, girls, we are going to start with the economics lectures. ठीक है? Today's our topic is law of diminishing marginal utility. +1 economics. ठीक है? CBSE board recording. And this is, I think, your chapter number 2. Chapter number 2 हैगा थोड़ा, I think, consumer behavior. ठीक है? Consumer behavior ਦਾ topic है. ठीक है? ਸੋ law of diminishing marginal utility ਸਰ law ਦਾ ਮਤਲਬ ਸਰ ਜਿਵੇਂ ਅਸੀਂ ਸਾਇੰਸ ਦੇ ਵਿੱਚ ਪੜ੍ਹਦੇ ਸੀ laws ਉਹੀ law ਹੈ ਬੇਟੇ ਬਿਲਕੁਲ ਵਹੀ law ਹੈ ਠੀਕ ਹੈ ਇਕਨੋਮਿਕਸ ਦੇ ਵਿੱਚ ਨਾ ਆਪਾਂ ਕਾਫੀ ਜ਼ਿਆਦਾ laws ਪੜਾਂਗੇ ਠੀਕ ਹੈ law of demand ਪੜਾਂਗੇ law of supply ਪੜਾਂਗੇ ਠੀਕ ਹੈ law of variable proportion ਪੜਾਂਗੇ law of diminishing marginal utility ਪੜਾਂਗੇ ਠੀਕ ਹੈ 6 ਤੋਂ 7 laws ਹੈ ਜਿਹੜੇ ਤੁਹਾਨੂੰ ਪੜ੍ਹਨੇ ਪੈਣਗੇ ਠੀਕ ਹੈ ਮਾਈਕਰੋ ਇਕਨੋਮਿਕਸ ਦੇ ਵਿੱਚ ਠੀਕ ਹੈ ਪਹਿਲਾ law of diminishing marginal utility ठीक है ਅੱਜ ਆਪਾਂ law ਨੂੰ ਚੰਗੀ ਤਰ੍ਹਾਂ ਬਰੀਫਲੀ ਠੀਕ ਹੈ ਸਮਝਣ ਦੀ ਕੋਸ਼ਿਸ਼ ਕਰਾਂਗੇ ਸਰ law ਕੀ ਹੈ law of diminishing ਸਭ ਤੋਂ ਪਹਿਲਾ ਵਰਡ ਹੈ diminishing what is the meaning of diminishing ਸਰ ਘਟਨਾ diminishing ਮਤਲਬ decreasing ਠੀਕ ਹੈ what is the meaning of marginal ਸਰ marginal ਦਾ ਮਤਲਬ ਕੀ ਹੈ marginal ਦਾ ਮਤਲਬ ਹੁੰਦਾ additional marginal ਦਾ ਮਤਲਬ additional utility last word is utility यूटिलिटी की ਹੁੰਦੀ ਹੈ ਜਿੰਨਾ ਟਾਈਮ ਆਪਣੀ यूटिलिटी ਦਾ ਨਹੀਂ ਪਤਾ ਲੱਗਦਾ ਉਹਨਾਂ ਟਾਈਮ ਸਾਡੇ ਲਈ ਲਾਅ ਕੀ ਹੈ ਯੂਜ਼ਲੈਸ ਹੈ ਕਿਉਂਕਿ यूटिलिटी ਨਾਲ ਹੀ ਸਾਰਾ ਲਾਅ ਡਿਪੈਂਡ ਕਰਦਾ ਸੋ व्हाट इज यूटिलिटी ਸਭ ਤੋਂ ਪਹਿਲੇ यूटिलिटी ਦੀ ਡਿਫਾਈਨ ਪੜ੍ਹਦੇ ਹਾਂ ਆਪਾਂ ਠੀਕ ਹੈ यूटिलिटी ਕੀ ਹੁੰਦੀ ਹੈ यूटिलिटी मींस want satisfying powers of good want satisfying power of a good ਕਿਸੇ ਗੁੱਡ ਦੀ ਵਾਂਟ ਸੈਟੀਸਫਾਈਂਗ ਪਾਵਰ ਨੂੰ ਕੀ ਬੋਲਦੇ ਆ ਆਪਾਂ यूटिलिटी ठीक है दोबारा एक्सप्लेन कर रहे हैं व्हाट इज यूटिलिटी फॉर एग्जांपल ना एक गुड्स है फॉर एग्जांपल एक आइसक्रीम है आइसक्रीम सानू कितनी सैटिस्फैक्शन दे सकती है ਉਹਨੂੰ ਕੀ ਬੋਲਦੇ ਆਪਾਂ यूटिलिटी ਬੋਲਦੇ ਠੀਕ ਹੈ ਇੱਕ ਚੀਜ਼ ਸਾਨੂੰ ਕਿੰਨੀ ਸੈਟੀਸਫੈਕਸ਼ਨ ਦੇ ਸਕਦੀ ਹੈ ਉਹਨੂੰ ਆਪਾਂ ਕੀ ਬੋਲਦੇ ਆ यूटिलिटी ਠੀਕ ਹੈ ਐਕਚੁਅਲੀ ਨਾ ਆਪਾਂ ਇਹ ਚੀਜ਼ ਨੂੰ ਜੇ ਪ੍ਰੈਕਟੀਕਲੀ ਬੋਲਣਾ ਤਾਂ ਆਪਾਂ ਇਹਨੂੰ ਕੈਲਕੂਲੇਟ ਨਹੀਂ ਕਰ ਸਕਦੇ ਕਿ ਸਾਨੂੰ ਕੋਈ ਚੀਜ਼ ਕਿੰਨੀ ਸੈਟੀਸਫੈਕਸ਼ਨ ਦਿੰਦੀ ਹੈ this is an hypothetical this is an hypothetical measure hypothetical hypothetical ਦਾ ਮਤਲਬ ਕੀ ਹੁੰਦਾ ਕਿ this is an assumption basis this is on assumption basis ਕਹਿਣ ਦਾ ਮਤਲਬ ਕਿ ਐਕਚੁਅਲੀ ਆਪਾਂ यूटिलिटी ਨੂੰ ਕੈਲਕੂਲੇਟ ਨਹੀਂ ਕਰ ਸਕਦੇ ਬਟ ਅਕੋਰਡਿੰਗ ਟੂ ਦਾ ਇਕਨੋਮਿਕਸ ਆਪਾਂ ਕੀ ਹੈ ਆਪਾਂ ਇਹਨੂੰ ਇੱਕ ਇਮੇਜਿਨਰੀ ਤੌਰ ਦੇ ਉੱਤੇ ਆਪਾਂ ਇਹਨੂੰ ਮੇਜ਼ਰ ਕਰਦੇ ਹਾਂ ਸਿਰਫ ਕਨਸੈਪਟ ਸਮਝਣ ਲਈ ਲਾਅ ਨੂੰ ਸਮਝਣ ਲਈ ਉਹਨਾਂ ਨੇ ਕੀ ਕੀਤਾ यूटिलिटी लेके आए यूटिलिटी वांट सैटिस्फाइंग पावर ऑफ गुड्स ਉਹਨੂੰ ਕੈਲਕੂਲੇਟ ਕਰਨ ਲਈ ਜਿਹੜੀ ਚੀਜ਼ ਆਪਾਂ ਯੂਜ਼ ਕਰਦੇ ਹਾਂ ਉਹ ਕੀ ਆ ਅਜ਼ੰਪਸ਼ਨ ਬੇਸਿਸ ਹੈ ਇਮੇਜਿਨਰੀ ਬੇਸਿਸ ਠੀਕ ਹੈ ਓਕੇ ਸੋ ਬੇਟੇ ਇਸ ਤੋਂ ਬਾਅਦ ਕੀ ਹੈ ਸਰ यूटिलिटी ਸਮਝ ਲੱਗੀ यूटिलिटी ਦਾ ਮਤਲਬ ਹੈ ਸਰ ਵਾਂਟ ਸੈਟੀਸਫਾਈਂਗ ਪਾਵਰ ਆਫ ਗੁड्स ठीक है यूटिलिटी जो आप कैलकुलेट करांगे तो असं यूटिलिटी किमें कैलकुलेट करांगे फॉर एग्जांपल एक एप्पल है आप यूटिलिटी कैलकुलेट कर रहे सर एक एप्पल सानू 4 यूटिल्स की बोलते हैं आप यूटिल्स UTILS यूटिल्स ठीक है यूटिलिटी ਨੂੰ कैलकुलेट ਕਰਨ ਲਈ ਜਿਵੇਂ ਆਪਾਂ ਨਾ ਤੁਸੀਂ ਫਿਜ਼ਿਕਸ ਚ ਪੜਿਆ ਹੋਊਗਾ SI यूनिट्स SI यूनिट ऑफ मास kg ਹੁੰਦਾਗਾ ਠੀਕ ਹੈ ਇਦਾਂ ਕਰਕੇ ਜਿਵੇਂ ਆਪਾਂ SI यूनिट्स ਪੜੇ ਸੀਗੇ सेम यूटिलिटी का ऐसा यूनिट की है यूटिल्स ठीक है क्लियर है गर्ल्स बेटे जिमें ना आप यूटिलिटी ਨੂੰ कैलकुलेट करना ਤਾਂ ਆਪਾਂ ਉਹਨੂੰ ਕਿਹੜੇ ਫਾਰਮ ਚ कैलकुलेट ਕਰਾਂਗੇ यूटिल ਦੀ ਫਾਰਮ ਦੇ ਵਿੱਚ UTILS यूटिल्स ठीक है सो बेटे दिस इज द SI यूनिट ऑफ यूटिलिटी ठीक है एक्चुअली ये assumption बेसिस ਤੇ है कोई भी कहना मतलब यूटिल नाम ਦੀ ਕੋਈ ਚੀਜ਼ ਹੁੰਦੀ ਨਹੀਂ ठीक है यूटिलिटी मतलब वांट सैटिस्फाइंग पावर ऑफ गुड ਕਿਸੇ ਗੁੱਡ ਦੀ ਸਾਨੂੰ ਸੈਟੀਸਫੈਕਸ਼ਨ ਦੇਣ ਦੀ ਸ਼ਮਤਾ ਨੂੰ ਕੀ ਕਹਿੰਦੇ ਆਪਾਂ यूटिलिटी ठीक है ਹੁਣ ਸਰ ਲਾਅ ਐਕਸਪਲੇਨ ਕਰ ਦਿਓ ਕਿ ਲਾਅ ਕੀ ਕਹਿੰਦਾ ਬੜੀ यूटिलिटी ਸਮਝ ਲੱਗੀ यूटिलिटी ਮੀਨਸ ਸਰ ਸਾਨੂੰ ਕਿੰਨੀ ਸੈਟੀਸਫੈਕਸ਼ਨ ਮਿਲਦੀ ਹੈ ਇੱਕ ਗੁੱਡਸ ਨੂੰ ਕੰਜ਼ਿਊਮ ਕਰਕੇ ਬੇਟੇ ਇਹ ਨਾ ਕਾਰਡੀਨਲ ਥਿਊਰੀ ਹੈ ਕਾਰਡੀਨਲ ਥਿਊਰੀ ਕਾਰਡੀਨਲ ਥਿਊਰੀ ਕੀ ਹੁੰਦੀ ਹੈ ਬੇਟੇ ਕਾਰਡੀਨਲ ਦਾ ਮਤਲਬ which can be measured in terms of numbers which can be measured in terms of numbers
ਕਾਰਡੀਨਲ ਦਾ ਮਤਲਬ ਉਹ ਚੀਜ਼ ਜਿਹਨੂੰ ਆਪਾਂ ਨੰਬਰਸ ਦੇ ਵਿੱਚ ਕਨਵਰਟ ਕਰ ਸਕਦੇ, ਉਹ ਚੀਜ਼ ਜਿਹਨੂੰ ਆਪਾਂ ਨੰਬਰਸ ਦੇ ਵਿੱਚ ਮੈਜ਼ਰ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ 4 ਯੂਟਿਲਸ, ਠੀਕ ਹੈ, 10 ਯੂਟਿਲਸ, ਸੋ ਤੁਸੀਂ ਇਹਨੂੰ ਨੰਬਰਸ ਦੀ ਫਾਰਮ ਦੇ ਵਿੱਚ ਕਨਵਰਟ ਕਰ ਸਕਦੇ ਹੋ, ਨੰਬਰ ਦੀ ਫਾਰਮ ਚ ਕੈਲਕੂਲੇਟ ਕਰ ਸਕਦੇ, ਇਸ ਕਰਕੇ ਇਹਨੂੰ ਕੀ ਬੋਲਦੇ ਆ, ਕਾਰਡੀਨਲ ਥਿਊਰੀ। ਠੀਕ ਹੈ, ਕਲੀਅਰ ਹੋ ਗਿਆ ਕਾਰਡੀਨਲ ਥਿਊਰੀ ਕੀ ਹੁੰਦੀ ਹੈ? ਓਕੇ, ਸੋ ਸਰ ਪਹਿਲੀ ਗੱਲ ਸਰ यूटिलिटी ਕੀ ਹੁੰਦੀ ਹੈ ਸਰ? ਇਟ ਇਜ਼ ਵਾਂਟ ਸੈਟੀਸਫਾਈਂਗ ਪਾਵਰ ਆਫ ਕੰਜ਼ਿਊਮਰ। ਸੈਕੰਡ ਥਿੰਗ ਸਰ ਇਹ ਕਾਰਡੀਨਲ ਥਿਊਰੀ ਹੈ। ਥਰਡ ਥਿੰਗ ਸਰ ਇਹ ਹਾਈਪੋਥੈਟੀਕਲ ਅਜ਼ੰਪਸ਼ਨ ਹੈ। ਤਿੰਨ, ਠੀਕ ਹੈ। ਉਸ ਤੋਂ ਬਾਅਦ ਬੇਟੇ ਆਪਾਂ ਲਾਅ ਪੜ੍ਹਦੇ ਹਾਂ। ਹੁਣ ਲਾਅ ਕੀ ਕਹਿੰਦਾ? what does this law says? ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ what is this law? ठीक है, according to Alfred Marshall, बेटे अल्फ्रेड मार्शल एक इकोनॉमिस्ट का नेम है, ठीक है। अल्फ्रेड मार्शल इज द नेम ऑफ इकोनॉमिस्ट जिन्हें सानू आ लॉ दिता, ठीक है। जिवें आपां पढ़दे हैं न्यूटन लॉ, न्यूटन ने लॉ दिता इसलिए उन्होंने न्यूटन लॉ बोलते हैं। जेड़ा डिमिनिशिंग माइनॉरिटी है वो किने दिता? वो इकोनॉमिस्ट का नाम की है? अल्फ्रेड मार्शल, ठीक है। क्लियर हो गया? अकॉर्डिंग टू अल्फ्रेड मार्शल वो की कहंदा, as the consumption of goods increases, the utility from additional unit decreases। ਮਾਰਸ਼ਲ ਕੀ ਕਹਿੰਦਾ? ਮਾਰਸ਼ਲ ਕਹਿੰਦਾ ਸਰ ਜਦੋਂ ਆਪਾਂ ਕਿਸੇ ਗੁੱਡਸ ਦੀ ਕੰਜ਼ੰਪਸ਼ਨ ਨੂੰ ਇਨਕਰੀਜ਼ ਕਰਾਂਗੇ, ਜਦੋਂ ਆਪਾਂ ਕਿਸੇ ਗੁੱਡਸ ਦੀ ਕੰਜ਼ੰਪਸ਼ਨ ਨੂੰ ਇਨਕਰੀਜ਼ ਕਰਾਂਗੇ ਤਾਂ ਉਹਦੀ ਯੂਟਿਲਿਟੀ ਕੀ ਹੋਊਗੀ? ਹਰ ਇੱਕ ਐਡੀਸ਼ਨਲ ਯੂਨਿਟ ਦੇ ਨਾਲ ਉਹਦੀ ਯੂਟਿਲਿਟੀ ਕੀ ਹੋਊਗੀ? ਘਟਦੀ ਰਹੂ। ਯੂਟਿਲਿਟੀ ਦਾ ਮਤਲਬ ਸੈਟੀਸਫੈਕਸ਼ਨ। ਜਿਵੇਂ ਆਪਾਂ ਕਿਸੇ ਗੁੱਡਸ ਦੀ ਕੰਜ਼ੰਪਸ਼ਨ ਨੂੰ ਵਧਾਵਾਂਗੇ ਤਾਂ ਹਰ ਇੱਕ ਐਡੀਸ਼ਨਲ ਗੁੱਡਸ ਦੀ ਸੈਟੀਸਫੈਕਸ਼ਨ ਸਾਨੂੰ ਕੀ ਹੋਊਗੀ? ਘਟਦੀ ਰਹੂ। ਮਤਲਬ ਕੀ ਹੈ ਕਹਿਣ ਦਾ? ਮੈਂ ਦੱਸ ਦਿੰਦਾ। ਫॉर एग्जांपल ना ਅਸੀਂ ਆਈਸਕ੍ਰੀਮ ਖਾ ਰਹੇ ਹਾਂ, ਇੱਕ ਆਈਸਕ੍ਰੀਮ ਖਾ ਕੇ ਸਾਨੂੰ 20% 20 ਯੂਟਿਲਸ ਦੀ ਸੈਟੀਸਫੈਕਸ਼ਨ ਮਿਲੀ। ਜਦੋਂ ਆਪਾਂ ਦੂਸਰੀ ਆਈਸਕ੍ਰੀਮ ਖਾਧੀ ਤਾਂ ਬੇਟੇ 18 ਯੂਟਿਲਸ ਦੀ ਸੈਟੀਸਫੈਕਸ਼ਨ ਮਿਲੀ। ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਸਾਨੂੰ ਕੋਈ ਚੀਜ਼ ਇੱਕ ਵਾਰ ਮਿਲਦੀ ਹੈ ਤਾਂ ਸਾਨੂੰ ਉਹ ਚੀਜ਼ ਵਧੀਆ ਲੱਗਦੀ ਹੈ। ਜਦੋਂ ਉਹ ਇੱਕੋ ਚੀਜ਼ ਅਸੀਂ ਬਾਰ-ਬਾਰ ਖਾਂਦੇ ਰਹਿੰਦੇ, ਫॉर एग्जांपल ਸਾਡੀ ਨਾ ਕੋਈ ਫੇਵਰੇਟ ਕੋਈ ਸਬਜ਼ੀ ਹੈ, ਜਦੋਂ ਤਾਂ ਉਹ ਇੱਕ ਦਿਨ ਬਣੀ ਹੈ ਤਾਂ ਸਾਨੂੰ ਬਹੁਤ ਸਵਾਦ ਲੱਗੀ, 2 ਦਿਨ ਬਣੀ ਫਿਰ ਵੀ ਠੀਕ ਲੱਗੀ। ਜਦੋਂ ਇੱਕੋ ਹੀ ਸਬਜ਼ੀ ਤੁਹਾਨੂੰ ਪੂਰਾ ਮੰਥ ਖਵਾਈ ਹੈ ਤਾਂ ਤੁਸੀਂ ਵੀ ਕੀ ਕਰੋਗੇ? ਅੱਕ ਜਾਓਗੇ ਸਬਜ਼ੀ ਖਾ ਕੇ, ਠੀਕ ਹੈ। ਸੋ ਸੇਮ ਗੁੱਡਸ ਦੇ ਨਾਲ ਰਿਲੇਟ ਕਰਦਾ। ਉਹ ਕਹਿੰਦਾ ਕਿ ਜਦੋਂ ਇੱਕੋ ਚੀਜ਼ ਦੀ ਕੰਜ਼ੰਪਸ਼ਨ ਆਪਾਂ ਬਾਰ-ਬਾਰ ਇਨਕਰੀਜ਼ ਕਰਦੇ ਰਵਾਂਗੇ ਤਾਂ ਸਾਡੀ ਯੂਟਿਲਿਟੀ ਕੀ ਕਰਦੀ ਹੈ? ਘਟਦੀ ਰਹਿੰਦੀ ਹੈ। ਹਰ ਇੱਕ ਐਡੀਸ਼ਨਲ ਯੂਨਿਟ ਨਾਲ ਕੀ ਕਰਦੀ ਹੈ? ਸਾਡੀ ਯੂਟਿਲਿਟੀ ਘਟਦੀ ਹੈ। ਸੋ ਦਿਸ ਇਜ਼ ਦ explanation, this is the definition of this law. law ਕੀ ਕਹਿੰਦਾ? law ਹੀ ਕਹਿੰਦਾ, law ਕਹਿੰਦਾ as the consumption of goods increases the utility from additional unit decreases। ठीक है, नोट डाउन कर लो इन्हों, ठीक है। अकॉर्डिंग टू द लॉ पहला हेडिंग लिखो अकॉर्डिंग टू द लॉ, या इंट्रोडक्शन लिख लो या मीनिंग लिख लो। इंट्रोडक्शन एंड मीनिंग द हेडिंग बना के इन्हों लिख लियो, ठीक है। पहला पॉइंट ये है according to the Alfred Marshall, एक लाइन छाड़ के उधर लिखियो, as the consumption of goods increases the utility from additional unit decreases। और law, ठीक है, लिख ले इतने तक। उस तो बाद बेटे लॉ सिर्फ ना किसे इंपॉर्टेंट पॉइंट्स जिथे एप्लीकेबल होंगे उत्थे ये लॉ लगूगा। ਉਹਨੂੰ ਆਪਾਂ ਬੋਲਦੇ ਆ assumptions, ਉਹਨੂੰ ਆਪਾਂ ਕੀ ਬੋਲਦੇ ਆ? assumptions। ਹੁਣ ਨਾ ਆਪਾਂ assumptions ਕਰਦੇ ਆ law ਦੀਆਂ ਕਿ law ਦੀ ਸਰ assumptions ਕੀ ਹੈ। ਹਰ ਇੱਕ law ਦੀਆਂ ਨਾ assumptions ਹੋਣਗੀਆਂ। ਹਰ ਇੱਕ law ਕਿਸੇ ਨਾ ਕਿਸੇ ਸਿਚੁਏਸ਼ਨ ਤੇ ਹੀ ਐਪਲੀਕੇਬਲ ਹੋਊਗਾ। ਪਹਿਲਾ ਪੁਆਇੰਟ ਇੰਟਰੋਡਕਸ਼ਨ ਐਂਡ ਮੀਨਿੰਗ ਦਾ ਹੋ ਗਿਆ। ਸੈਕਿੰਡ ਪੁਆਇੰਟ ਹੁੰਦਾ assumption ਦਾ। ਜਿਵੇਂ ਮੈਂ ਪੁਆਇੰਟਸ ਲਿਖਾ ਰਿਹਾ, ਜੇ ਤੁਸੀਂ ਇਦਾਂ ਪ੍ਰੈਜ਼ੈਂਟ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਨੰਬਰ ਮਿਲਣਗੇ। ਇਹਨੂੰ ਪ੍ਰੈਜ਼ੈਂਟੇਸ਼ਨ ਦੇ ਨੰਬਰ ਮਿਲਦੇ, ਠੀਕ ਹੈ, ਐਗਜ਼ਾਮ ਦੇ ਵਿੱਚ। सेकंड पॉइंट इज assumption, ठीक है।
assumptions ਦੇ ਵਿੱਚ ਕਿਹੜੇ ਕਿਹੜੇ points ਆਉਂਦੇ ਆ, ਮੈਂ ਇੱਕ ਕਰਕੇ explain ਕਰ ਦੇਣਾ, points ਦੱਸ ਦੇਣਾ ਕਿਹੜੇ ਕਿਹੜੇ ਆ, ਠੀਕ ਹੈ। assumption ਤੁਸੀਂ ਲਿਖੋਗੇ the law is applicable, the law is applicable when the following things takes place. ठीक है, एक एक करके पॉइंट्स दसना की है। पहला पॉइंट, पॉइंट नंबर 1, रैशनल कंज्यूमर। पॉइंट नंबर 1 इज रैशनल कंज्यूमर। सर रैशनल कंज्यूमर का मतलब की है? रैशनल कंज्यूमर मींस कोई भी कंज्यूमर हो सकता, मतलब कि आ लॉ किसी भी कंज्यूमर ते लगूगा, कोई प्रॉब्लम नहीं। भावें आप हरजीत ते लॉ लगा लिए तां भी लगूगा, भावें हुसनप्रीत ते लॉ लगा लिए तां भी लगूगा, भावें मेरे ते लॉ लगा लो तां भी लगूगा। दिस लॉ इज एप्लीकेबल टू ऑल। रैशनल कंज्यूमर का मतलब पता आ गया? रैशनल मींस एनीवन, ठीक है। सेकंड, कॉन्टिन्यूअस कंजप्शन। continuous consumption, what is the meaning of continuous consumption? continuous consumption ਦਾ ਮਤਲਬ ਕਿ ਜਦੋਂ ਆਪਾਂ ਗੁੱਡਸ ਦੀ ਗੱਲ ਕਰਦੇ ਹਾਂ, continuous consumption ਦਾ ਮਤਲਬ ਕੀ ਹੈ ਕਿ ਜਦੋਂ ਆਪਾਂ continuous consumption ਦੀ ਗੱਲ ਕਰਦੇ ਹਾਂ, that means ਕਿ ਗੁੱਡਸ ਦੀ ਜਿਹੜੀ ਕੰਜ਼ੰਪਸ਼ਨ ਹੈ, ਗੁੱਡਸ ਅਸੀਂ ਜਿਹੜੇ ਮਤਲਬ ਕਿ ਫॉर ਐਗਜ਼ਾਮਪਲ ਅਸੀਂ ਆਈਸਕ੍ਰੀਮ ਦੀ ਗੱਲ ਕਰ ਰਹੇ ਸੀਗੇ, ਸੋ ਜਿਹੜੀ ਆਪਾਂ ਆਈਸਕ੍ਰੀਮ ਖਾ ਰਹੇ ਹਾਂ ਉਹ ਕੰਟੀਨਿਊਸਲੀ ਖਾ ਰਹੇ ਹਾਂ, ਇਹ ਨਹੀਂ ਹੈ ਕਿ ਇੱਕ ਅੱਜ ਖਾ ਲਈ ਕੱਲ ਖਾ ਲਈ, ਫਿਰ ਇਹ ਲਾਅ ਐਪਲੀਕੇਬਲ ਨਹੀਂ ਹੋਊਗਾ। ਕੰਜ਼ੰਪਸ਼ਨ ਜਿਹੜੀ ਹੋਣੀ ਚਾਹੀਦੀ ਹੈ ਉਹ ਕੰਟੀਨਿਊਸ ਹੋਣੀ ਚਾਹੀਦੀ ਹੈ। ਦੈਟ ਮੀਨਸ ਕਿ ਜੇ ਆਪਾਂ ਇੱਕ ਟਾਈਮ ਤੇ ਬੈਠ ਗਏ ਖਾਣ ਤਾਂ ਇਕੱਠੀਆਂ ਹੀ ਖਾਣੀਆਂ, ਫਿਰ ਇਹ ਲਾਅ ਐਪਲੀਕੇਬਲ ਹੋਊਗਾ। ਸਮਝ ਲੱਗੀ? सेकंड इज कॉन्टिन्यूस कंजप्शन। थर्ड, पहला इज रैशनल कंज्यूमर, सेकंड इज कॉन्टिन्यूस कंजप्शन, थर्ड कार्डिनल अप्रोच। थर्ड कार्डिनल अप्रोच कहने का मतलब है लॉ सिर्फ उदों ही एप्लीकेबल होगा ਜਦੋਂ ਆਪਾਂ ਜਿਹੜੀ ਯੂਟਿਲਿਟੀ ਹੈ ਉਹਨੂੰ ਨੰਬਰਸ ਦੇ ਵਿੱਚ ਮੇਜ਼ਰ ਕਰ ਸਕਦੇ ਹਾਂ। ਜੇ ਆਪਾਂ ਉਹਨੂੰ ਨੰਬਰਸ ਦੇ ਵਿੱਚ ਮੇਜ਼ਰ ਨਹੀਂ ਕਰ ਸਕਦੇ ਤਾਂ ਲਾਅ ਐਪਲੀਕੇਬਲ नहीं होगा। सिंपल जे पॉइंट्स है, पहला सर कोई भी कंज्यूमर होगा हर एक ते लॉ एप्लीकेबल होगा। सेकंड इज कॉन्टिन्यूस कंजप्शन होनी चाहिए सर, जे वो बंदा वो चीज कॉन्टिन्यूसली कंज्यूम करूगा तो लॉ एप्लीकेबल होगा, जे वो कॉन्टिन्यूसली कंज्यूम नहीं करूगा तो लॉ एप्लीकेबल नहीं होगा। थर्ड इज कार्डिनल अप्रोच। सर जे ਅਸੀਂ यूटिलिटी ਨੂੰ ਨੰਬਰਸ ਦੇ ਵਿੱਚ ਯੂਟਿਲਸ ਦੇ ਵਿੱਚ ਮੇਜ਼ਰ ਕਰ ਸਕਦੇ ਹਾਂ ਤਾਂ ਲॉ ਐਪਲੀਕੇਬਲ ਹੋਊਗਾ, ਨਹੀਂ ਤਾਂ ਲॉ ਐਪਲੀਕੇਬਲ ਨਹੀਂ ਹੋਊਗਾ। फोर्थ पॉइंट, प्राइस remains constant, प्राइस remains constant मतलब कि ਜਿਹੜੀ ਆਪਾਂ ਗੁੱਡਸ ਦੀ ਗੱਲ ਕਰ ਰਹੇ ਹਾਂ, ਗੁੱਡਸ ਦਾ ਜਿਹੜਾ ਪ੍ਰਾਈਸ ਹੈ ਬੇਟੇ ਉਹ ਸੇਮ ਰਹਿਣਾ ਚਾਹੀਦਾ, ਉਹ ਚੇਂਜ ਨਹੀਂ ਹੋਣਾ ਚਾਹੀਦਾ। ਪ੍ਰਾਈਸ ਸ਼ੁੱਡ ਰਿਮੇਨ ਕਾਂਸਟੈਂਟ, ਠੀਕ ਹੈ। मतलब कि जिवें ਆਪਾਂ एप्पल की गल कर रहे हैं, एप्पल जे 100 रुपए किलो है तो 100 रुपए किलो ही रहने चाहिए। मतलब कि जो भी आप होर गुड्स कंज्यूम करांगे, आई नहीं है कि पहला चीज लई तो 100 रुपए की, जे आप दोबारा लैणगे तो 90 रुपए की, 110 रुपए, इदा नहीं होना चाहिए। जिहड़ा प्राइस है वो सेम रहूगा थ्रू आउट द साडा एक्सपेरिमेंटल पीरियड। व्हाट इज फिफ्थ पॉइंट? फिफ्थ पॉइंट इज टेस्ट एंड प्रेफरेंस remains unchanged। टेस्ट एंड प्रेफरेंस रिमेन अनचेंज का मतलब की है, देखो हर एक बंदे का अपना टेस्ट होंदा, ठीक है। किसी ਨੂੰ वनीला फ्लेवर पसंद है, किसी ਨੂੰ चॉकलेट फ्लेवर पसंद है, ठीक है, किसी ਨੂੰ स्ट्रॉबेरी फ्लेवर पसंद है, ठीक है। मतलब कि हर एक दी ਜਿਹੜਾ टेस्ट एंड प्रेफरेंस अलग अलग है। ਉਹ ਕਹਿੰਦੇ कि टेस्ट एंड प्रेफरेंस सारे अलग अलग है, नो प्रॉब्लम, बट ਜਿਹੜਾ ਉਹ ਬੰਦੇ ਦਾ ਟੇਸਟ ਇੱਕ ਵਾਰੀ ਹੋਊਗਾ ਉਹ ਚੇਂਜ ਨਹੀਂ ਹੋਣਾ ਚਾਹੀਦਾ। ਜਿਹੜੇ ਉਹ ਬੰਦੇ ਦੀ ਪ੍ਰੈਫਰੈਂਸ ਪਹਿਲੀ ਵਾਰ ਤੇ ਹੋਊਗੀ ਉਹ ਪ੍ਰੈਫਰੈਂਸ ਸੇਮ ਰਹਿਣੀ ਚਾਹੀਦੀ ਹੈ। ਫॉर एग्जांपल ਜਿਵੇਂ ਇੱਕ ਬੰਦਾ ਗਾ ਉਹਨੂੰ ਜੇ ਸਟ੍ਰਾਬੇਰੀ ਫਲੇਵਰ ਪਸੰਦ ਹੈ ਤਾਂ ਜਿੰਨਾ ਟਾਈਮ ਐਕਸਪੈਰੀਮੈਂਟਲ ਪੀਰੀਅਡ ਹੋਊਗਾ ਉਹਨੂੰ ਸਟ੍ਰਾਬੇਰੀ ਫਲੇਵਰ ਹੀ ਪਸੰਦ ਆਣਾ ਚਾਹੀਦਾ। ਆਈ ਨਹੀਂ ਹੋਣਾ ਚਾਹੀਦਾ ਕਿ ਉਹ ਸਟ੍ਰਾਬੇਰੀ ਫਲੇਵਰ ਛੱਡ ਕੇ ਚਾਕਲੇਟ ਫਲੇਵਰ ਉਹਨੂੰ ਪਸੰਦ ਆ ਜਾਏ। ਸਮਝ ਲੱਗੀ? ਜਿਹੜਾ ਫਲੇਵਰ ਉਹਦਾ ਟੇਸਟ ਐਂਡ ਪ੍ਰੈਫਰੈਂਸ ਹੈ ਉਹ ਸੇਮ ਰਹਿਣਾ ਚਾਹੀਦਾ ਥਰੂ ਆਊਟ ਦਾ ਐਕਸਪੈਰੀਮੈਂਟਲ ਪੀਰੀਅਡ। क्लियर है गर्ल्स? अब पंजो थानू क्लियर हो गए?
Yes, sir. ठीक है बेटे, these are 5 assumptions बेटे, assumption बेटे इस तो ज्यादा भी assumptions है, मैं assumption ਲੈਣ ਲਈ ਤਾਂ ਮੈਂ ਜਿੰਨੇ ਮਰਜ਼ੀ assumption ਲਈ ਚੱਲਾਂ। ਇੱਕ assumption ਜਿਹੜੀ ਮੇਨ ਆ ਮੈਂ ਦੱਸ ਦਿੰਦਾ, commodity ਦਾ ਮਤਲਬ ਹੁੰਦਾ goods is homogeneous in nature। commodities homogeneous in nature ਇਹਦਾ ਕੀ ਮਤਲਬ ਹੈ, ਜਿਹੜੀ commodity ਜਿਹੜੇ goods ਦੀ ਆਪਾਂ ਗੱਲ ਕਰ ਰਹੇ ਹਾਂ ਉਹ homogeneous ਮਤਲਬ ਉਹ ਸੇਮ ਰਹਿਣਾ ਚਾਹੀਦਾ। ਫॉर एग्जांपल ਜੇ ਮੈਂ ਐਪਲ ਤੇ ਐਗਜ਼ਾਮਪਲ ਲੈ ਰਿਹਾ, ਐਪਲ ਤੇ ਐਕਸਪੈਰੀਮੈਂਟ ਕਰ ਰਿਹਾ, ਤਾਂ ਮੇਰਾ ਜਿਹੜਾ ਗੁੱਡਸ ਆ ਉਹ ਐਪਲ ਹੀ ਰਹਿਣਾ ਚਾਹੀਦਾ। ਇਹ ਨਹੀਂ ਹੈ ਕਿ ਐਕਸਪੈਰੀਮੈਂਟ ਕਰ ਰਿਹਾ ਸੀ ਐਪਲ ਤੇ ਵਿੱਚ ਹੀ ਮੈਂਗੋ ਲਿਆਇਆ, ਵਿੱਚ ਹੀ ਔਰੇਂਜ ਲਿਆਇਆ, ਇਹ ਨਹੀਂ ਚੱਲਣਾ। ਜਿਹੜੀ ਚੀਜ਼ ਦਾ ਐਕਸਪੈਰੀਮੈਂਟ ਹੋ ਰਿਹਾ, ਜੇ ਮੈਂ ਐਪਲ ਤੇ ਐਕਸਪੈਰੀਮੈਂਟ ਕਰ ਰਿਹਾ, ਐਕਸਪੈਰੀਮੈਂਟ ਮਤਲਬ ਉਹ ਤੇ ਲਾਅ ਐਪਲੀਕੇਬਲ ਕਰਕੇ ਦੇਖ ਰਹੇ ਹਾਂ, ਤਾਂ ਐਪਲ ਸੇ ਹੀ ਐਪਲੀਕੇਬਲ ਹੈ। ਸਮਝ ਲੱਗੀ? ਇੱਕ ਗੁੱਡ ਤੇ ਜੇ ਆਪਾਂ ਲਾਅ ਲਗਾ ਰਹੇ ਹਾਂ ਤਾਂ ਉਹ ਇੱਕ ਗੁੱਡ ਤੇ ਹੀ ਲਾਅ ਲੱਗਿਆ ਕਰੂਗਾ। ਇਹ ਨਹੀਂ ਹੈ ਕਿ ਇੱਕ ਗੁੱਡ ਤੇ ਲਾਅ ਲਗਾ ਰਹੇ ਸੀ, ਦੂਜੇ ਨੂੰ ਵਿੱਚ ਲਿਆ, ਦੂਜੇ ਤੇ ਲਾਅ ਲਾਉਣਾ ਸ਼ੁਰੂ ਕਰਤਾ। assumptions clear ਹੋ ਗਈਆਂ ਸਰ। पहला इज रैशनल कंज्यूमर है, कोई भी कंज्यूमर हो सकता है। सेकंड इज सर कॉन्टिन्यूस कंजप्शन होनी चाहिए है, बंदा खाना चाहिए। कार्डिनल अप्रोच का मतलब सर ਅਸੀਂ ਉਹਨੂੰ ਮੇਜ਼ਰ ਕਰ ਸਕਦੇ ਹਾਂ। ਸਰ ਪ੍ਰਾਈਸ ਕਾਂਸਟੈਂਟ ਰਹੂਗਾ, ਉਹ ਚੀਜ਼ ਦਾ ਜਿੰਨਾ ਰੇਟ ਆ ਉਹ ਸੇਮ ਰਹੂਗਾ। ਟੇਸਟ ਐਂਡ ਪ੍ਰੈਫਰੈਂਸ ਸੇਮ ਰਹੂਗਾ। ਐਂਡ ਜਿਹੜਾ ਗੁੱਡਸ ਹੈ ਬੇਟੇ ਉਹ ਹੋਮੋਜੀਨਸ ਇਨ ਨੇਚਰ ਹੋਣਾ ਚਾਹੀਦਾ। ਥੀਸ ਆਰ ਦ 6 assumptions। ਠੀਕ ਹੈ, ਇੱਕ ਅੱਧੀ ਹੋਰ ਲਿਖਣੀ, ਇੱਕ ਅੱਧੀ ਹੋਰ ਲਿਖਾ ਦਿੰਦਾ। ਠੀਕ ਹੈ, लास्ट लिख लो बस, लास्ट ये तो बाद में हो लिखने। कंजप्शन is in standard form। consumption is in standard form। बेटे ਇਹਦਾ ਕੀ ਮਤਲਬ ਹੈ? consumption is in standard form ਦਾ ਮਤਲਬ ਹੈ ਕਿ ਜਦੋਂ ਆਪਾਂ consumption ਦੀ ਗੱਲ ਕਰਦੇ ਹਾਂ, ਫॉर एग्जांपल ਆਪਾਂ ਆਈਸਕ੍ਰੀਮ ਦੀ ਗੱਲ ਕਰਦੇ ਹਾਂ, ਸੋ ਜਦੋਂ ਆਈਸਕ੍ਰੀਮ ਦੀ ਕੰਜ਼ੰਪਸ਼ਨ ਦੀ ਗੱਲ ਕਰਾਂਗੇ ਉਹ ਹੋਊਗਾ 1 2 3 4 5 ਪ੍ਰੋਪਰ ਨੰਬਰ ਦੀ ਫਾਰਮ ਚ ਹੋਊਗਾ। ਐ ਨਹੀਂ ਹੋਊਗਾ ਕਿ ਇੱਕ ਸਰ ਅੱਧੀ ਆਈਸਕ੍ਰੀਮ ਸਰ ਬਸ ਇੱਕ ਬਾਈਟ ਲਈ ਆ, ਬਟ ਇਦਾਂ ਨਹੀਂ ਹੋਊਗਾ। ਜਦੋਂ ਆਪਾਂ ਗੱਲ ਕਰਾਂਗੇ ਐਕਸਪੈਰੀਮੈਂਟ ਦੇ ਵਿੱਚ ਜਿਹੜੀ ਸਾਡੀ ਕੰਜ਼ੰਪਸ਼ਨ ਹੋਊਗੀ ਉਹ ਪ੍ਰੋਪਰ ਫਾਰਮ ਚ ਹੋਊਗੀ। 1 ਹੋਊਗੀ ਜਾਂ ਤਾਂ ਪੂਰੀ ਇੱਕ ਆਈਸਕ੍ਰੀਮ ਖਾਧੀ ਹੋਊਗੀ, ਜਾਂ 2 ਆਈਸਕ੍ਰੀਮਸ ਖਾਧੀਆਂ ਹੋਣਗੀਆਂ, ਜਾਂ 3 ਆਈਸਕ੍ਰੀਮਸ ਖਾਧੀਆਂ ਹੋਣਗੀਆਂ। ਠੀਕ ਹੈ, ਪ੍ਰੋਪਰ ਸਟੈਂਡਰਡ ਫਾਰਮ ਦੇ ਵਿੱਚ ਹੋਣੀ ਹੈ ਕੰਜ਼ੰਪਸ਼ਨ। क्लियर है गर्ल्स? क्लियर हो गया तो हैंड रेज कर दो एंड नोट कर लो इन्हों। ठीक है, assumptions केड़ियां सर एक एक करके दोबारा एक्सप्लेन कर दो। पॉइंट नंबर 1 रैशनल कंज्यूमर, कोई भी कंज्यूमर हो सकता। पॉइंट नंबर 2 सर कॉन्टिन्यूस कंजप्शन, जे आप एक्सपेरिमेंट कर रहे हैं तो कॉन्टिन्यूसली कंज्यूम करूगा। नहीं है कि एक चीज अज खाली कल खाना, सारिया चीज़ा उन्हें अज ही खानिया ने, एक टाइम दे विच ही खानी। ठीक है, उस तो बाद की है व्हाट इज द नेक्स्ट पॉइंट? सो नेक्स्ट पॉइंट इज कार्डिनल अप्रोच। ਜਿਹੜੀ ਆਪਾਂ यूटिलिटी ਆ ਉਹਨੂੰ यूटिल्स ਦੇ ਵਿੱਚ ਮੇਜ਼ਰ ਕਰ ਸਕਦੇ ਹਾਂ, ਜੇ ਤੇ यूटिल्स ਚ ਮੇਜ਼ਰ ਹੋਊਗਾ ਤਾਂ ਲਾਅ ਐਪਲੀਕੇਬਲ ਹੋ ਜਾਊਗਾ। ਠੀਕ ਹੈ, नेक्स्ट इज प्राइस रिमेन कांस्टेंट। ਜਿਹੜੀ ਉਹ ਚੀਜ਼ ਐਕਸਪੈਰੀਮੈਂਟ ਹੋ ਰਿਹਾ ਉਹਦਾ ਪ੍ਰਾਈਸ ਹਮੇਸ਼ਾ ਕੀ ਰਹੂਗਾ? ਕਾਂਸਟੈਂਟ ਰਹੂਗਾ, ਉਹ ਪ੍ਰਾਈਸ ਚੇਂਜ ਨਹੀਂ ਹੋਊਗਾ। ਟੇਸਟ ਐਂਡ ਪ੍ਰੈਫਰੈਂਸ ਰਿਮੇਨ ਅਨਚੇਂਜ। ਜੇ ਕਿਸੇ ਬੰਦੇ ਨੂੰ ਕੋਈ ਚੀਜ਼ ਸਵਾਦ ਲੱਗਦੀ ਹੈ ਤਾਂ ਉਹ ਥਰੂ ਆਊਟ ਦਾ ਐਕਸਪੈਰੀਮੈਂਟ ਉਹਨੂੰ ਉਹੀ ਚੀਜ਼ ਸਵਾਦ ਲੱਗੂਗੀ, ਉਹਦਾ ਪ੍ਰੈਫਰੈਂਸ ਨਹੀਂ ਚੇਂਜ ਹੋਣਾ ਚਾਹੀਦਾ। कमोडिटी इज होमोजीनियस इन नेचर। ਜਿਹੜੀ ਚੀਜ਼ ਤੇ ਐਕਸਪੈਰੀਮੈਂਟ ਕਰ ਰਹੇ ਆ ਉਹੀ ਚੀਜ਼ ਰਹਿਣੀ ਚਾਹੀਦੀ ਹੈ ਥਰੂ ਆਊਟ ਦਾ ਐਕਸਪੈਰੀਮੈਂਟ, ਉਹ ਚੀਜ਼ ਚੇਂਜ ਨਹੀਂ ਹੋਣੀ ਚਾਹੀਦੀ। ਕੰਜ਼ੰਪਸ਼ਨ ਇਜ਼ ਇਨ ਸਟੈਂਡਰਡ ਫਾਰਮ, दैट मींस ਕਿ ਜਿਹੜੀ ਆਪਾਂ ਕੰਜ਼ੰਪਸ਼ਨ ਕਰਾਂਗੇ ਉਹ ਪ੍ਰੋਪਰ ਫਾਰਮ ਦੇ ਵਿੱਚ ਹੋਊਗਾ। 1 2 3 4 ਐ ਨਹੀਂ ਹੋਊਗਾ ਕਿ ਅੱਧਾ, ਇੱਕ ਬਾਈਟ, ਠੀਕ ਹੈ, 1/4, ਇਦਾਂ ਨਹੀਂ ਹੋਊਗਾ, ਪ੍ਰੋਪਰ ਹੋਊਗਾ 1 2 3। ਠੀਕ ਹੈ, ਕਲੀਅਰ ਹੋ ਗਿਆ ਸਾਰਿਆਂ ਨੂੰ? सब तो पहले ਆਪਾਂ मीनिंग पढ़िया, फिर ਆਪਾਂ assumptions पढ़िया। बेटे ਹੁਣ ਆਪਾਂ ਚੱਲਦੇ ਆਂ एक्सप्लेनेशन ਤੇ। ਕਰਦੇ ਚੱਲਦੇ ਆਂ एक्सप्लेनेशन ਤੇ। ओके, स्क्रीनशॉट ले लो या नोट कर लो। हो गया? Yes, sir. ओके, सर सब तो पहले ਅਸੀਂ ਉਹਦਾ मीनिंग ਲਿਖਿਆ ਸੀ, ਫਿਰ ਅਸੀਂ assumptions ਲਿਖੀਆਂ। बेटे ਹੁਣ ਆਪਾਂ ਆ ਰਹੇ ਆਂ एक्सप्लेनेशन ਦੇ थर्ड पॉइंट ਤੇ। ठीक है, थर्ड इज एक्सप्लेनेशन। ठीक है, एक्सप्लेनेशन च की लिखांगे? द लॉ कैन बी एक्सप्लेन
with the help of table and diagram. The law can be explained with the help of table and diagram. ਇੰਨੀ ਗੱਲ ਲਿਖ ਕੇ ਇਸ ਤੋਂ ਬਾਅਦ ਆਪਾਂ ਬਣਾਵਾਂਗੇ table. ठीक है बेटे मेन हेडिंग आहागा मेन हेडिंग आहा सीगा एंड आहा सब पॉइंट है ठीक है टेबल बना रहे क्योंकि आप उत्थे लिखा कि एक्सप्लेनेशन कैन बी डन विद हेल्प ऑफ टेबल एंड डायग्राम टेबल बना रहे हैं टेबल दे विच 3 कॉलम बनावांगे कॉलम नंबर 1 यूनिट्स ठीक है कॉलम नंबर 2 टोटल यूटिलिटी टेबल नंबर 3 मार्जिनल यूटिलिटी ठीक है पहला इज यूनिट्स दूसरा इज टोटल यूटिलिटी थर्ड इज मार्जिनल यूटिलिटी ठीक है 3 टेबल है 3 कॉलम एक टेबल दे ओके यूनिट से विच लिखो 1 2 3 4 5 5 तक बहुत है ठीक है लिख जिथे तक मर्जी सकते हैं मतलब कि बट आप टेबल ਨੂੰ ਸਿੰਪਲ ਰੱਖਾਂਗੇ ਕਿਉਂਕਿ ਅਸੀਂ ਇਹ ਯਾਦ ਵੀ ਕਰਨਾ ਠੀਕ ਹੈ ਪ੍ਰੋਪਰ ਪ੍ਰੈਜੈਂਟੇਸ਼ਨ ਵੀ ਕਰਨੀ ਹੈ ਸੋ 1 2 3 4 5 यूनिट्स कॉलम ਚ ਲਿਖ ਲਿਆ ਇਸ ਤੋਂ ਬਾਅਦ ਕੀ ਕਰਨਾ ਆਪਾਂ ਬੇਟੇ ਇਸ ਤੋਂ ਬਾਅਦ ਨਾ ਤੁਸੀਂ ਆਓ ਮਾਰਜਨਲ ਦੇ ਕਾਲਮ ਦੇ ਕਿਹੜੇ ਕਾਲਮ ਦੇ ਵਿੱਚ ਆਓ ਮਾਰਜਨਲ ਦੇ ਕਾਲਮ ਦੇ ਮਾਰਜਨਲ ਕਾਲਮ ਚ ਕਰਨਾ ਕੀ ਹੈ ਉਹ ਚੈੱਕ ਕਰੋ 1 ਦੇ ਸਾਹਮਣੇ ਲਿਖੋ 3 1 ਦੇ ਸਾਹਮਣੇ ਕਿੰਨਾ ਲਿਖੋ 3 3 लिखना 3 लिखो 30 लिख लो आई थिंक 30 लिख लो 1 ਦੇ ਸਾਹਮਣੇ ਕਿੰਨਾ ਲਿਖੋ 30 2 ਦੇ ਸਾਹਮਣੇ ਕਿੰਨਾ ਲਿਖੋ 20 3 ਦੇ ਸਾਹਮਣੇ 10 4 ਦੇ ਸਾਹਮਣੇ 0 5 ਦੇ ਸਾਹਮਣੇ -10 ठीक है की लिखना सो 1 ਦੇ ਸਾਹਮਣੇ 30 2 ਦੇ ਸਾਹਮਣੇ 20 3 ਦੇ ਸਾਹਮਣੇ 10 4 ਦੇ ਸਾਹਮਣੇ 0 5 ਦੇ ਸਾਹਮਣੇ -10 मैं लिखा कि मैं दस दूंगा 1 ਦੇ ਸਾਹਮਣੇ मैं 30 लिख लिया उस तो बाद मैं 10 डिक्रीज कर रहा मैं की कर रहा 10 डिक्रीज कर रहा 30 -10 20 20 -10 10 10 -10 0 0 -10 -10 क्लियर हो गया जिन्हों समझ लग गया मार्जिनल वाला हैंड रेस कर दो मैं किया मैं 1 ਦੇ सामने लिखा 30 फिर मैं -10 कर करके फिगर्स लिख लिया ठीक है इस तो बाद देखो की करना आ 30 ਸੀਗਾ ਇਹਦੇ ਸਾਹਮਣੇ ਲਿਖੋ 30 ਇਹ ਸਾਹਮਣੇ ਕਿੰਨਾ ਲਿਖੋ 30 30 ਤੋਂ ਬਾਅਦ ਕੀ ਕਰਨਾ ਬੇਟੇ ਇਹਦੇ ਵਿੱਚ ਮਾਰਜਨਲ ਐਡ ਕਰ ਲਓ 30 + 20 50 50 + 10 60 60 + 0 60 60 - 10 50 this is your table दोबारा दस दा 1 2 3 4 5 जितने तक मर्जी लिख लो जितने तक लिखना चाहते हो तक लिख सकते 1 ਦੇ सामने लिखो 30 उस बाद 10 घटा के लिखने शुरू कर दो 30 20 10 0 -10 इतना क्लियर हो गया उस बाद बेटे 30 1 ਦੇ ਵਿੱਚ टोटल जो भी 30 होगा पहले सेम रहना 30 के बाद की करना मार्जिनल ऐड करना शुरू कर दो 30 + 20 30 + 20 50 50 + 10 60 60 + 0 60 60 - 10 50 समझ लग गया पहले 30 लिखता 30 के बाद 20 ऐड करता 50 50 + 10 60 60 + 0 60 60 - 10 50 गर्ल्स क्लियर है जिन्हों क्लियर हो गया हैंड रेस कर दो ਅਸੀਂ ਕੀ ਲਿਖਿਆ ਸੀਗਾ ਐਕਸਪਲੇਨੇਸ਼ਨ ਦਾ ਲੌ ਕੈਨ ਬੀ ਐਕਸਪਲੇਨ ਵਿਦ ਹੈਲਪ ਆਫ ਟੇਬਲ ਐਂਡ ਡਾਇਗਰਾਮ ਬੇਟੇ ਟੇਬਲ ਬਣ ਗਿਆ बट डायग्राम पई है सो डायग्राम बनाइए ओके डायग्राम बेटे डायग्राम की है लॉ पढ़ो लॉ की है लॉ कहंदा व्हेन द गुड्स आर कंज्यूम्ड ठीक है द माइनर यूटिलिटी टेंड्स टू डिक्लाइन यही लिखा सीगा गुड्स की कंजप्शन इंक्रीज होने ना विद द इंक्रीज इन द कंजप्शन ऑफ गुड्स द यूटिलिटी डिक्लाइन सो आपा ही करना आपा एक सिंपल सा ग्राफ बनाना बेटे दिस इज अ ग्राफ दिस इज x एक्सिस दिस इज नॉट दिस इज y एक्सिस ठीक है
इधरली साइड से ਆਪਾਂ ਲਿਖਾਂਗੇ यूनिट्स, ठीक है। इधरली साइड से लिखांगे मार्जिनल यूटिलिटी। मार्जिनल यूटिलिटी लिख लो या कली यूटिलिटी लिख लो, फिलहाल कोई प्रॉब्लम नहीं। उस तो बाद तुसी करना कोई रिप्रेजेंटेशन नहीं करनी, डायरेक्टली एक लाइन इत्थों शुरू करके इदा पास कर दो, इनू कह दो एमबी, ठीक है। किमें बनानी है सर, ग्राफ की शेप च बना लिया। एक्स एक्सिस से की है बेटे यूनिट्स, वाई एक्सिस से की है यूटिलिटी, एंड उस बाद तुसी की करना, तुसी इथों शुरू होके सिर्फ एक स्ट्रेट लाइन डाउनवर्ड स्लोपिंग की पास करनी, ठीक है। इनू ਆਪਾਂ ਕੀ ਬੋਲਾਂਗੇ ਮਾਰਜਨਲ यूटिलिटी। दिस इज माय यूटिलिटी कर्व। टेबल ਦੇ डायग्राम क्लियर हो गया। डाउनवर्ड स्लोपिंग क्यों बनी है मैं दस देना, देखो 30 20 10 0 -10। सो बेटे ये देखो 30 तो शुरू होया, मैं एग्जांपल ले लेना कि आ 30 ਸੀਗਾ ਤੁਹਾਡਾ, आ ਸੀਗਾ 20, ठीक है, आ ਸੀਗਾ 10, आ ਸੀਗਾ 0, आ ਸੀਗਾ -10। सो मैं वो पॉइंट्स करके मैं ਉੱਥੇ ਇੱਕ ਲਾਈਨ ਪਾਸ ਕਰਤੀ। पॉइंट्स दिखाने की मैंने लोड़ नहीं, बिकॉज ये साडा मैथ नहीं है, साडा इकोनॉमिक्स है। सो आप इकोनॉमिक्स से डायरेक्टली ग्राफ शो कर सकते, मैं डायरेक्टली की किया एक लाइन पास करती, कोई रिप्रेजेंटेशन करने की लोड़ नहीं। कोई ਤੁਹਾਨੂੰ ਇੱਥੇ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਸਰ 0 5 10 ਆਪਾਂ यूनिट्स दिखाने ਹੁੰਦੇ, यूनिट्स कोई दिखाने की लोड़ नहीं, कोई स्केल ਲੈਣ ਦੀ ਲੋੜ नहीं। स्केल मतलब यूनिट वाला स्केल कि सर आ एक यूनिट इज इक्वल टू 5, कोई चीज लेने की लोड़ नहीं। डायरेक्टली सिंपल जा ग्राफ बनाओ एंड एक लाइन डाउनवर्ड स्लोपिंग पास करो, ठीक है। दिस इज अ डायग्राम ऑफ दिस लॉ। आ टेबल सीगा लॉ दा, आ डायग्राम लॉ दी। हुण आपां लिख रहे हैं एक्सप्लेनेशन, ठीक है। एक्सप्लेनेशन दे विच टेबल डायग्राम तो होगी, बट एक्सप्लेनेशन तो रहती है। एक्सप्लेनेशन च लिखो, मैं बोल के लिखाऊंगा, जल्दी जल्दी लिखो नाले समझ लगियो। एक्सप्लेनेशन च लिखो, in the table and diagram, in the table and diagram, the one will notice that, in the table and diagram, the one will notice that with the increase in the unit consumed, with the increase in the unit consumed, सर दोबारा रिपीट करें। 1 2 3 4 5 इंक्रीज हो रहा है ना, with the increase in unit consumed, सर the प्लीज दोबारा marginal रिपीट कर utility दो। tends to decline. The marginal utility tends to decline. देखो 30 20 10 0 -10 डिक्लाइन हो रहा है ना। अब आगे लिखना, with the increase in unit consumed, increase हो रहा है ना, the marginal utility tends to decline. The marginal utility tends to decline. सर दोबारा रिपीट कर दो प्लीज। ठीक है, क्लियर हो गया। एंड आ पॉइंट नु पता की कहंदे आ, पॉइंट ऑफ satisfy, the point of satisfy। कई बार क्वेश्चन आ जाता, what do you mean by point of satisfy? Point of satisfy की ਹੁੰਦਾ, when the marginal utility is 0, that point is known as point of satisfy। Point of satisfy की ਹੁੰਦਾ, satisfy SATISFY, वही satisfaction वाला। Point of satisfy का मतलब की है, the point where marginal utility is 0, ठीक है। ओके, सो बेटे वो एक्सप्लेनेशन की लिखोगे, मैं लाइन द्वारा बोल देना, with the increase in unit consumed, the marginal utility tends to decline। इन्हीं का लिख के लास्ट पॉइंट इज योर कंक्लूजन। डायग्राम बन गई, लास्ट इज कंक्लूजन। कंक्लूजन देख लो कि मैं है कंक्लूजन की लिखना, कंक्लूजन, the above explanation explains the law of diminishing marginal utility in an appropriate manner।
एंड दिस इज योर क्वेश्चन। प्रॉपर क्वेश्चन है, 4 नंबर का क्वेश्चन है, जिन्ना लिखाया जिन्ना पूरा लिखोगे तो 4 तो 4 मिल जाएंगे। 6 नंबर का क्वेश्चन है तो 6 तो 6 मिल जाएंगे। ठीक है, लिखना किमें जिमें लिखाया उमें लिखना। सब तो पहला पॉइंट इंट्रोडक्शन ਦੇ ਵਿੱਚ यूटिलिटी ਦੀ ਥੋੜਾ ਜਿਹਾ ਐਕਸਪਲੇਨੇਸ਼ਨ ਕਰ ਦਿਓ ਕਿ यूटिलिटी ਕੀ ਹੁੰਦੀ ਹੈ। want satisfying power of consumers cardinal approach है। ठीक है, ये hypothetical measurement है। ਉਸ ਤੋਂ ਬਾਅਦ meaning and definition of law ਦੇ ਵਿੱਚ ਲਿਖ ਦਿਓ according to the marshal। ਉਹਨੇ ਇਹ ਕਿਹਾ। ਉਸ ਤੋਂ ਬਾਅਦ assumptions, assumption ਤੋਂ ਬਾਅਦ explanation with table ਤੇ diagram and last ਇੱਕ line की explanation ਦੀ ਵੀ ਲਿਖ ਦਿਓ ਆਹੀ। with the increase in the consumption of units the minor utility tends to decline। ਉਸ ਤੋਂ ਬਾਅਦ ਲਾਸਟ ਉੱਤੇ ਕਨਕਲੂਜਨ। ਬੇਟੇ ਆ 5 ਪੁਆਇੰਟ ਦੇ ਸਿਰ ਤੇ ਸਾਡਾ ਸਾਰਾ ਕੁਐਸਚਨ ਚੱਲਦਾ। ਮੈਂ 5 ਪੁਆਇੰਟ ਦੁਬਾਰਾ ਦੱਸ ਦਿੰਦਾ ਕਿਹੜੇ ਕਿਹੜੇ ਆ। ਪੁਆਇੰਟ ਨੰਬਰ 1, ਜਿੰਨੇ ਵੀ ਲॉस ਕਰਨੇ ਬੇਟੇ ਆ 5 ਪੁਆਇੰਟਸ ਦੇ ਵਿੱਚ ਹੋਣੇ ਚਾਹੀਦੇ। ਨਹੀਂ ਤਾਂ ਪਹਿਲਾ ਇਸ ਇੰਟਰੋਡਕਸ਼ਨ, ਜਿਹਦੇ ਵਿੱਚ ਤੁਸੀਂ ਕੀ ਡਿਫਾਈਨ ਕਰਨਾ, ਯੂਟਿਲਿਟੀ। ਸੈਕੰਡ ਪੁਆਇੰਟ ਇਜ਼ ਮੀਨਿੰਗ ਐਂਡ ਡੈਫੀਨੇਸ਼ਨ, ਜਿਹਦੇ ਵਿੱਚ ਤੁਸੀਂ ਕੀ ਡਿਫਾਈਨ ਕਰਨਾ, ਲਾਅ। थर्ड पॉइंट इज assumption, ਜਿਹਦੇ ਵਿੱਚ ਤੁਸੀਂ ਕੀ ਲਿਖਣੀ ਹੈ, assumptions। फोर्थ पॉइंट ਕੀ ਹੈ, explanation, explanation ਚ ਕੀ ਬਣਾਉਣਾ, table and diagram। ठीक है, फिफ्थ पॉइंट इज conclusion। बेटे आ 5 पॉइंट्स है, जे ਤੁਹਾਡੇ law ਦੇ ਵਿੱਚ 5 पॉइंट ਹੋਣਗੇ ਤਾਂ ਪੂਰੇ ਨੰਬਰ ਮਿਲਣਗੇ, ਕੋਈ ਵੀ ਨੰਬਰ ਨਹੀਂ ਕੱਟਿਆ ਜਾਊਗਾ। ठीक है, आई होप कि आज का लेक्चर समझ आ गया होगा। ठीक है, we will try कि नेक्स्ट सैटरडे भी ਆਪਾਂ लेक्चर लगाइए। ठीक है, ओके, थैंक यू।